बहुत ही सत्कारयोग बेरोजगार ईटी टैट पास अध्यापक साथियों सारिਆਂ ਨੂੰ सत श्री अकाल वाहगुरू जी का खालसा श्री वाहगुरू जी की फतेह। सो काफ़ी लंबे समय बाद अज साथियों ਤੁਹਾਡੇ ਨਾਲ ਲਾਈਵ ਹੋਣ ਦਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਜਿਹੜਾ ਮੌਕਾ ਮਿਲਿਆ ਹੈ। ਸੋ ਬਹੁਤ ਸਾਰੇ ਸਾਥੀਆਂ ਵੱਲੋਂ ਫੋਨ ਮੈਸੇਜ ਆ ਰਹੇ ਸੀਗੇ ਕਿ ਪ੍ਰਧਾਨ ਸਾਹਿਬ ਤੁਸੀਂ ਲਾਈਵ ਹੋਵੋ, ਕੋਈ ਜਾਣਕਾਰੀ ਜਿਹੜੀ ਹੈ ਉਹ 6635 ਭਰਤੀ ਦੇ ਪ੍ਰੋਸੈਸ ਬਾਰੇ, ਨਵੀਂ ਭਰਤੀ ਜਿਹੜੀ ਹੈ 5994 ਜਿਸ ਦਾ ਪੋਰਟਲ ਖੁਲਵਾਉਣਾ ਹੈ ਉਸ ਬਾਰੇ ਜਾਂ ਓਵਰਏਜ ਦੇ ਮਸਲੇ ਬਾਰੇ ਉਹ ਸਾਨੂੰ ਤੁਸੀਂ ਜਾਣਕਾਰੀ ਲਾਈਵ ਹੋ ਕੇ ਜਿਹੜੀ ਉਹ ਜ਼ਰੂਰ ਦੱਸੋ। ਸੋ ਸਾਥੀਓ ਅੱਜ ਵੀ ਸਾਨੂੰ 2 ਦਿਨ ਹੋ ਚੱਲੇ ਨੇ, ਅਸੀਂ ਚੰਡੀਗੜ੍ਹ ਦੇ ਵਿੱਚ ਹੀ ਹਾਂ। ਸੋ ਆਪਣੀਆਂ ਭਰਤੀਆਂ ਦੇ ਸੰਬੰਧ ਦੇ ਵਿੱਚ ਹੀ ਤਾਂ ਸਭ ਤੋਂ ਪਹਿਲਾਂ ਮੈਂ ਸਾਰੇ ਸਾਥੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਕੋਈ ਵੀ ਸਾਥੀ ਪਲੀਜ਼ ਨੈਗੇਟਿਵ ਜਿਹੜਾ ਹੈ, ਨੈਗੇਟਿਵ ਪੱਖ ਜਿਹੜਾ ਹੈ ਉਸ ਨੂੰ ਇੱਕ ਪਾਸੇ ਰੱਖ ਕੇ ਸਿਰਫ ਇੱਕ ਪੋਜ਼ਿਟਿਵ ਪੱਖ ਦੇ ਵੱਲ ਚੱਲ ਕੇ ਸਾਰੇ ਸਾਥੀ ਉਹ ਜਦੋਂ ਤੁਹਾਡੀ ਸੋਚ ਪੋਜ਼ਿਟਿਵ ਵਾਲੇ ਸਾਈਡ ਨੂੰ ਚੱਲੂਗੀ ਤਾਂ ਆਪਣੇ ਆਪ ਰਸਤੇ ਜਿਹੜੇ ਹੈ ਉਹ ਆਪਣੇ ਸਾਫ਼ ਜਿਹੜੇ ਹੁੰਦੇ ਜਾਣਗੇ। ਜਿੱਤ ਜਿਹੜੀ ਹੈ ਉਹ ਆਪਣੇ ਜਿਹੜੀ ਹੈ ਕਦਮਾਂ ਦੇ ਥੱਲੇ ਜਿਹੜੀ ਹੈ ਉਹ ਆਊਗੀ ਤੇ ਤੁਸੀਂ ਜਿਹੜੀ ਹੈ ਸਾਰੇ ਰੁਜ਼ਗਾਰ ਤੇ ਹੋਵੋਗੇ। ਸੋ ਸਾਥੀਓ ਮੈਂ ਤੁਹਾਨੂੰ ਦੱਸ ਦਿਆਂ ਕਿ ਜਿੰਨੀ ਦੇਰ ਤੱਕ ਆਪਾਂ ਇਹਨਾਂ ਗਰੁੱਪਾਂ ਦੀ ਲੜਾਈ, ਇਹਨਾਂ ਜਿਹੜੇ ਇੱਕ ਦੂਜੇ ਦੇ ਉੱਪਰ ਜਿਹੜੇ ਕਿੰਤੂ ਪਰੰਤੂ ਦੀ ਲੜਾਈ ਉਹਨੂੰ ਨਾ ਛੱਡਾਂਗੇ ਤਾਂ ਉਨੀ ਦੇਰ ਤੱਕ ਜਿਹੜੀ ਹੈ ਉਹ ਆਪਾਂ ਜਿੱਤ ਪ੍ਰਾਪਤ ਜਿਹੜੀ ਹੈ ਉਹ ਨਹੀਂ ਕਰ ਸਕਾਂਗੇ। ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਬਹੁਤ ਸਾਰਾ ਕੇਡਰ ਜਿਹੜਾ ਉਹ ਨਿਰਾਸ਼ਾ ਦੇ ਵਿੱਚ ਗਿਆ ਕਿ ਇੱਕ ਦੂਸਰੇ ਦੇ ਉੱਪਰ ਚਾਹੇ ਉਹ ਕੋਈ ਕੈਟਾਗਰੀ ਨੂੰ ਲੈ ਕੇ, ਚਾਹੇ ਕੋਈ ਉਹ ਮੈਰਿਟ ਨੂੰ ਲੈ ਕੇ, ਚਾਹੇ ਕੋਈ ਉਹ ਕੋਈ ਹੋਰ ਮੁੱਦਿਆਂ ਨੂੰ ਲੈ ਕੇ ਜਿਹੜਾ ਉਹ ਆਪਸ ਵਿੱਚ ਜਿਹੜਾ ਹੈ ਉਹਨਾਂ ਨੇ ਇੱਕ ਦੂਸਰੇ ਉੱਪਰ ਕਿੰਤੂ ਪਰੰਤੂ ਕੀਤਾ। ਪਰ ਸਾਥੀਓ ਇਹ ਕੁਛ ਆਪਸ ਵਿੱਚ ਕਰਨ ਦੇ ਨਾਲ ਆਪਾਂ ਨੂੰ ਪ੍ਰਾਪਤ ਨਹੀਂ ਹੋਣਾ ਕੁਝ ਵੀ। ਇਸ ਚੀਜ਼ ਨੂੰ ਜ਼ਰੂਰ ਸੋਚੋ ਕਿਉਂਕਿ ਸਰਕਾਰ ਜਿਹੜੀ ਹੈ, ਸਰਕਾਰ ਇੱਕ ਪਾਵਰ ਦੇਖਦੀ ਹੈ ਜਥੇਬੰਦੀ ਦੀ ਕਿ ਜਥੇਬੰਦੀ ਕਿੰਨੀ ਸਟਰੋਂਗ ਹੈ। ਸੋ ਤੁਹਾਡਾ ਇੱਕ ਇਤਿਹਾਸ ਬੋਲਦਾ ਹੈ ਪੰਜਾਬ ਦੇ ਵਿੱਚ ਕਿ ਈਟੀਟੀ ਜਥੇਬੰਦੀ ਜਿਹੜੀ ਹੈਗੀ ਹੈ ਉਹ ਸਭ ਤੋਂ ਸਟਰੋਂਗ ਜਥੇਬੰਦੀ ਹੈਗੀ ਹੈ। ਸੋ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜੋ ਤੁਹਾਡਾ ਇਤਿਹਾਸ ਬੋਲਦਾ ਹੈ, ਜੋ ਪੰਜਾਬ ਦੀਆਂ ਕਾਂਗਰਸ ਅਕਾਲੀ ਸਰਕਾਰਾਂ ਨੂੰ ਪਤਾ ਹੈ ਜਥੇਬੰਦੀ ਬਾਰੇ, ਉਹੀ ਅੱਜ ਆਮ ਆਦਮੀ ਪਾਰਟੀ ਨੂੰ ਇੱਕ ਅਹਿਸਾਸ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਈਟੀਟੀ ਬੇਰੁਜ਼ਗਾਰ ਜਿਹੜੀ ਜਥੇਬੰਦੀ ਹੈ ਉਹ 1 ਨੰਬਰ ਦੀ ਜਥੇਬੰਦੀ ਹੈ, ਉਹ ਸਟਰੋਂਗ ਜਥੇਬੰਦੀ ਹੈ, ਪੋਜ਼ਿਟਿਵ ਸੋਚ ਵਾਲੀ ਜਥੇਬੰਦੀ ਹੈ। ਸੋ ਇਸ ਪੋਜ਼ਿਟਿਵ ਸੋਚ ਨੂੰ ਸਾਰੇ ਸਾਥੀ ਜਿਹੜੀ ਆ ਉਹ ਲੈ ਕੇ ਚੱਲੋ। ਗਰੁੱਪਾਂ ਦੀ ਲੜਾਈ ਜਿਹੜੀ ਹੈ ਉਸ ਨੂੰ ਸਮਾਪਤ ਕਰੋ। ਆਪਾਂ ਸਾਰੇ ਸਾਥੀ ਜਿਹੜੇ ਆ ਉਹ ਰੁਜ਼ਗਾਰ ਤੇ ਹੋਵਾਂਗੇ। ਸੋ ਸਾਥੀਓ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਕਿ ਪਿੱਛੇ 6635 ਦੀ ਸਕਰੂਟਨੀ ਆਪਣੀ ਹੋਈ ਸੀਗੀ। ਸੋ ਉਸ ਤੋਂ ਬਾਅਦ ਆਫਰ ਲੈਟਰ ਜਿਹੜੇ ਆ ਸਕਰੂਟਨੀ ਤੋਂ ਬਾਅਦ ਜਿਹੜੇ ਆ ਆਪਣੇ ਤੇ ਸਟੇ ਲੱਗਿਆ ਹੋਇਆ ਸੀਗਾ। ਸਟੇ ਨੂੰ ਆਪਾਂ ਬਹੁਤ ਔਖਾ ਜਿਹੜਾ ਉਹ ਬ੍ਰੇਕ ਕਰਵਾਇਆ, ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਸੋ ਉਸ ਤੋਂ ਬਾਅਦ ਸਰਕਾਰ ਇੰਨਾ ਕੋਈ ਢਿੱਲਾਪਨ ਜਿਹੜਾ ਉਹ ਵਰਤ ਰਹੀ ਹੈ ਕਿ ਡਿਪਾਰਟਮੈਂਟ ਤਾਂ ਦਾ ਕੰਮ ਕਰ ਰਹੀ ਹੈ, ਪਰੰਤੂ ਸਰਕਾਰ ਜਿਹੜੀ ਹੈ ਉਹ ਇੱਕ ਇਸ ਤਰ੍ਹਾਂ ਦੇ ਜਿਹੜੇ ਆ ਹੁਕਮ ਜਿਹੜੇ ਆ ਸਰਕਾਰ ਬੈਠੀ ਹੁੰਦੀ ਜਦੋਂ ਕੁਰਸੀ ਤੇ ਸਾਡੇ ਸੀਐਮ ਐਜੂਕੇਸ਼ਨ ਮਿਨਿਸਟਰ, ਜਿੰਨੀ ਦੇਰ ਤੱਕ ਉਹਨਾਂ ਦੇ ਹੁਕਮ ਨਹੀਂ ਹੁੰਦੇ ਉਨੀ ਦੇਰ ਤੱਕ ਡਿਪਾਰਟਮੈਂਟ ਵੀ ਜਿਹੜਾ ਹੈ ਉਹ ਜਿਹੜੇ ਆਫਰ ਲੈਟਰ ਜਿਹੜੇ ਉਹ ਜਾਰੀ ਨਹੀਂ ਕਰ ਸਕਦਾ। ਸੋ ਸਾਥੀਓ ਮੈਂ ਤੁਹਾਨੂੰ ਦੱਸ ਦਿਆਂ ਕਿ ਡਿਪਾਰਟਮੈਂਟ ਦੇ ਵਿੱਚ ਜੋ ਮੀਟਿੰਗਾਂ ਹੁੰਦੀਆਂ ਨੇ ਉਸ ਦੇ ਸੰਬੰਧ ਵਿੱਚ ਤੁਹਾਨੂੰ ਦੱਸੀਏ ਕਿ ਆਪਣਾ ਆਲਰੇਡੀ 6635 ਦੇ ਆਫਰ ਲੈਟਰ ਜਿਹੜੇ ਆ ਉਹ ਬਿਲਕੁਲ ਤਿਆਰ ਨੇ। ਸੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਇੱਥੇ ਸਿਰਫ ਇੱਕ ਛੋਟਾ ਜਿਹਾ ਮੁੱਦਾ ਜਿਹੜਾ ਲੈ ਕੇ ਸਰਕਾਰ ਚੱਲ ਰਹੀ ਹੈ ਕਿ ਚੋਣ ਜਾਬਤਾ ਜਿਹੜਾ ਲੱਗਿਆ ਹੋਇਆ ਹੈ ਕਿ ਚੋਣ ਜਾਬਤੇ ਦੇ ਵਿੱਚ ਅਸੀਂ ਇਹ ਕੁਝ ਨਹੀਂ ਕਰ ਸਕਦੇ ਜਾਂ ਇਸ ਨੂੰ ਉਜਾਗਰ ਨਹੀਂ ਕਰ ਸਕਦੇ, ਅਸੀਂ ਆਫਰ ਲੈਟਰ ਨਹੀਂ ਦੇ ਸਕਦੇ। ਸੋ ਇੱਥੇ ਇੱਕ ਗੱਲ ਕਹਿ ਦਿਆਂ ਕਿ ਚੋਣ ਜਾਬਤਾ ਜਿਹੜਾ ਹੈ ਸੈਂਟਰ ਦੇ ਵੱਲੋਂ ਲੱਗਿਆ ਹੋਇਆ। ਐਮਪੀ ਦਾ ਇਲੈਕਸ਼ਨ ਜਿਹੜਾ ਹੋ ਰਿਹਾ ਹੈ ਉਹ ਵੀ ਇੱਕ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਜਿਹਦੇ ਨਾਲ ਰਿਲੇਟਡ ਮਲੇਰਕੋਟਲਾ ਹੋ ਗਿਆ ਜਾਂ ਆਪਣੇ ਬਰਨਾਲਾ ਹੋ ਗਿਆ, ਉਸ ਹਲਕੇ ਦੇ ਵਿੱਚ ਜਿੰਨੇ ਵੀ ਜਿਹੜੇ ਹੈਗੇ ਆ ਕੈਂਡੀਡੇਟ ਹੈਗੇ ਆ ਜਾਂ ਉਹਦੇ ਵਿੱਚ ਜਿੰਨੇ ਸਪੋਰਟਰ ਜਿਹੜੇ ਵੋਟਰ ਹੈਗੇ ਆ ਉਹਨਾਂ ਤੇ ਜਿਹੜਾ ਉਹ ਲਾਗੂ ਹੁੰਦਾ ਹੈ, ਨਾ ਕਿ ਆਲ ਪੰਜਾਬ ਦੇ ਵਿੱਚ ਲਾਗੂ ਹੁੰਦਾ ਹੈ। ਸੋ ਅਸੀਂ
ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ, ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਹ ਬਹਾਨੇਬਾਜ਼ੀ ਜਿਹੜੀ ਹੈ ਉਸ ਨੂੰ ਛੱਡੋ, ਬੇਰੁਜ਼ਗਾਰਾਂ ਨੂੰ ਆਫਰ ਲੈਟਰ ਜਿਹੜੇ ਹੈ ਉਹ ਜਾਰੀ ਕਰੋ। ਸੋ ਇਹ ਗੱਲਬਾਤ ਜਿਹੜੀ ਹੈ ਉਹ ਆਪਣੀ ਚੱਲ ਰਹੀ ਹੈ। ਬਹੁਤ ਜਲਦੀ ਸਾਥੀਓ ਥੋੜਾ ਜਿਹਾ ਸਮਾਂ ਦਿਓ, 2-3 ਦਿਨ ਦਾ ਸਮਾਂ ਜਿਹੜਾ ਹੈ ਉਹ ਜ਼ਰੂਰ ਸਮਾਂ ਦਿਓ ਕਿ ਆਪਣੇ ਆਫਰ ਲੈਟਰ ਜਿਹੜੇ ਹੈ ਉਹ ਸਾਰਿਆਂ ਨੂੰ ਮਿਲਣਗੇ। ਦੂਸਰੀ ਗੱਲ, ਸੈਂਕੜ ਲਿਸਟਾਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਜਾ ਰਹੀਆਂ ਨੇ। ਥੋੜੇ ਦਿਨਾਂ ਦੇ ਵਿੱਚ ਹੀ ਜਿਹੜੀ ਉਹ ਸੈਂਕੜ ਲਿਸਟਾਂ ਵੀ ਜਿਹੜੀਆਂ ਉਹ ਪਾਈਆਂ ਜਾਣਗੀਆਂ। ਸਕਰੂਟਨੀ ਜਿਹੜੀ ਹੈ ਦੁਬਾਰਾ ਜਿਹੜੀ ਹੈ ਆਪਣੇ ਸਾਥੀ ਜਿਹੜੇ ਰਹਿੰਦੇ ਆ ਲੋ ਮੈਰਿਟ ਵਾਲੇ ਜਿਹੜੇ ਉਹ ਸਕਰੂਟਨੀ ਕਰਵਾਉਣ ਵਾਸਤੇ ਆਉਣਗੇ। ਫਿਰ ਇੱਕ ਗੱਲ ਹੋਰ ਦੱਸ ਦਿਆਂ, ਸਿਰਫ ਇਹ 4-5 ਦਿਨ ਦਾ ਜਿਹੜਾ ਹੈ ਉਹ ਸਮਾਂ 4-5 ਦਿਨਾਂ ਦੇ ਵਿੱਚ ਜਿਹੜਾ ਹੈ ਉਹ ਆਪਣੇ ਸੈਂਕੜ ਲਿਸਟਾਂ ਵੀ ਪੈਣਗੀਆਂ, ਆਫਰ ਲੈਟਰ ਵੀ ਮਿਲਣਗੇ। ਤਾਂ ਇੱਕ ਗੱਲ ਮੈਂ ਹੋਰ ਦੱਸ ਦਿਆਂ ਸਾਥੀਓ ਕਿ 5994 ਕੁਝ ਆਪਣੇ ਸਾਥੀ ਜਾਂ ਨਵੇਂ ਟੈਟ ਪਾਸ ਕੀਤੇ ਹੋਏ ਜਿਹੜੇ ਸੀਗੇ ਉਹਨਾਂ ਦੇ ਵੀ ਬਹੁਤ ਸਾਰੇ ਮੈਸੇਜ ਆਉਂਦੇ ਸੀਗੇ। ਤਾਂ ਕੁਝ ਲੋ ਮੈਟ ਜਿਹੜੇ ਜ਼ਿਆਦਾ ਜਿਨ੍ਹਾਂ ਦੇ ਨੰਬਰ ਆਪਣੇ ਸਾਥੀਆਂ ਦੇ ਘੱਟ ਸੀਗੇ, ਕੁਝ ਉਹ ਨਿਰਾਸ਼ਾ ਦੇ ਵਿੱਚ ਸਨ ਕਿ 5994 ਦੀ ਜਿਹੜੀ ਹੈ ਉਹ ਗੱਲ ਨਹੀਂ ਯੂਨੀਅਨ ਕਰਦੀ। ਮੈਂ ਤੁਹਾਨੂੰ ਇੱਥੇ ਇੱਕ ਗੱਲ ਕਰ ਦਿਆਂ, ਬਹੁਤ ਜਲਦ ਜਿਹੜਾ ਹੈ ਆਪਣਾ 5994 ਦਾ ਪੋਰਟਲ ਜਿਹੜਾ ਹੈ ਉਹ ਜਾਰੀ ਹੋਊਗਾ। ਤਾਂ ਇੱਕ ਇਹ ਗੱਲ ਮੈਂ ਤੁਹਾਨੂੰ ਅੱਜ ਸ਼ਰਤੀਆ ਕਹਿ ਰਿਹਾ ਕਿ ਆਪਣੀ ਭਰਤੀ ਜਿਹੜੀ ਹੈ 5994 ਉਹ +2 ਬੇਸ ਤੇ ਜਿਹੜੀ ਹੈ ਉਹ ਆਪਣੀ ਭਰਤੀ ਹੋਊਗੀ। ਕਿਉਂਕਿ ਇਸ ਬਾਰੇ ਮੈਂ ਤੁਹਾਨੂੰ ਇੱਕ ਸ਼ਰਤੀਆ ਜਿਹੜੀ ਉਹ ਗੱਲ ਕਹਿ ਰਿਹਾ, ਕਿਉਂਕਿ ਜੋ ਵੀ ਜਾਣਕਾਰੀ ਮਿਲੀ ਹੈ, ਜੋ ਵੀ ਆਪਣੀਆਂ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਅਸੀਂ ਰਿਜ਼ਲਟ ਜਿਹੜਾ ਉਹ ਕੱਢ ਕੇ ਲੈ ਕੇ ਆਏ ਆ ਕਿ ਆਪਣੀ ਭਰਤੀ ਜਿਹੜੀ ਹੈ ਉਹ +2 ਬੇਸ ਤੇ ਹੋਵੇਗੀ। ਕਿਸੇ ਵੀ ਸਾਥੀ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂਗੀ ਕਿ ਭਰਤੀ ਚਾਹੇ ਕੋਈ ਮਰਜ਼ੀ ਆਦਾ ਕੋਈ ਤੱਥ ਪੇਸ਼ ਕਰਦਾ ਫਿਰੇ, ਚਾਹੇ ਕੋਈ ਕੁਝ ਬੋਲਦਾ ਫਿਰੇ ਕਿ ਭਰਤੀ ਗ੍ਰੈਜੂਏਸ਼ਨ ਬੇਸ ਤੇ ਆਊਗੀ। ਸੋ +2 ਵਾਲੇ ਸਾਥੀਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂਗੀ। ਆਪਣੀ ਭਰਤੀ ਜਿਹੜੀ ਹੈ ਉਹ +2 ਬੇਸ ਤੇ ਆਊਗੀ। 5994 ਦੇ ਵਿੱਚ ਓਵਰਏਜ ਦਾ ਮਸਲਾ ਉਹ ਅਸੀਂ ਵੱਡੇ ਪੱਧਰ ਤੇ ਜਿਹੜੀ ਹੈ ਉਹ ਗੱਲ ਲੈ ਕੇ ਆ ਰਹੇ ਹਾਂ। 5994 ਦੇ ਵਿੱਚ ਓਵਰਏਜ ਦਾ ਮਸਲਾ ਜਿਹੜਾ ਹੈ ਉਹ ਹੱਲ ਹੋਣਾ ਚਾਹੀਦਾ ਹੈ। ਸੋ ਇਸ ਬਾਰੇ ਵੀ ਸਾਡੀ ਜਿਹੜੀ ਹੈ ਡਿਪਾਰਟਮੈਂਟ ਦੇ ਵਿੱਚ ਵੀ ਗੱਲ ਹੋਈ ਹੈ, ਕਿਉਂਕਿ ਜੋ ਲਿਖਤ ਡਿਪਾਰਟਮੈਂਟ ਦੇ ਵਿੱਚ ਜਾਂਦੀ ਹੈ ਉਸ ਬਾਰੇ ਜਿਹੜੀ ਹੈ ਅੱਗੇ ਮੰਤਰੀ ਸਾਹਿਬ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਵੀ ਜਿਹੜੀ ਹੈ ਜ਼ਰੂਰ ਕੀਤੀ ਜਾਂਦੀ ਹੈ। ਸੋ ਸਾਥੀਓ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਹ ਜ਼ਿਆਦਾ ਟਾਈਮ ਨਹੀਂ ਲੱਗੂਗਾ ਇਹਨਾਂ ਭਰਤੀਆਂ ਤੇ। ਬਹੁਤ ਜਲਦੀ ਜਿਹੜੀ ਹੈ ਉਹ ਆਪਣੀਆਂ ਭਰਤੀਆਂ ਜਿਹੜੀਆਂ ਉਹ ਕੰਪਲੀਟ ਹੋਣਗੀਆਂ। ਓਵਰਏਜ ਦਾ ਮਸਲਾ ਵੀ ਜਿਹੜਾ ਉਹ ਹੱਲ ਹੋਊਗਾ, +2 ਬੇਸ ਤੇ ਆਪਣੀ ਭਰਤੀ ਆਊਗੀ। ਸੋ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂਗੀ। ਤੁਸੀਂ ਸਾਰੇ ਸਾਥੀ, ਮੈਂ ਉਹਨਾਂ ਸਾਥੀਆਂ ਨੂੰ ਕਹਿ ਰਿਹਾ ਜਿਹੜੇ 6635 ਦੇ ਵਿੱਚ ਕਾਫੀ ਲੋ ਮੈਰਿਟ ਵਾਲੇ ਸਾਥੀ ਹੈਗੇ ਆ ਸਾਡੇ, ਕਿਉਂਕਿ ਆਪਾਂ ਨੂੰ ਸਭ ਪੜ੍ਹੇ ਲਿਖੇ ਆ ਵੀ ਕਿੰਨਾ ਤੱਕ ਲੋ ਮੈਰਿਟ ਆ ਸਕਦੀ ਹੈ। ਵੀ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਉਰੇ ਪਰੇ ਕਿੰਤੂ ਪਰੰਤੂ ਕਰਨ ਨਾਲੋਂ, ਗਰੁੱਪਾਂ ਦੇ ਵਿੱਚ ਲੜਾਈਆਂ ਕਰਨ ਦੇ ਨਾਲੋਂ ਉਹਨਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਉਹ ਤਿਆਰੀ ਨਾਲ ਜੁੜ ਜਾਓ। ਜੇਕਰ ਆਪਣਾ ਆਦਾ ਟਾਈਮ ਜਿਹੜਾ ਉਹ ਵੇਸਟ ਕਰਾਂਗੇ ਤਾਂ ਉਸ ਦੇ ਵਿੱਚ ਸ਼ਾਇਦ ਦੂਜੇ ਕੋਈ ਫਾਇਦਾ ਉਠਾ ਜਾਣਗੇ। ਤੁਹਾਡੇ ਅੱਗੇ ਬੇਨਤੀ ਹੈ ਆਪਦੀਆਂ ਬੁੱਕਸ ਜਿਹੜੀਆਂ ਉਹ ਚੱਕੋ, ਵੀਰ ਪੈਣਾ ਸਾਰੇ ਜਿਹੜੇ ਉਹ ਤਿਆਰੀ ਵੱਲ ਜੁੜ ਜਾਓ। ਸਾਡਾ ਕੰਮ ਜਿਹੜਾ ਹੈਗਾ ਉਹ ਅਸੀਂ ਡਿਪਾਰਟਮੈਂਟ ਦੇ ਵਿੱਚ ਸਰਕਾਰ ਦੇ ਨਾਲ ਜਿਹੜੇ ਹੈ ਉਹ ਰਾਬਤਾ ਬਣਾਇਆ ਹੋਇਆ ਹੈ। ਭਰਤੀ ਅਸੀਂ +2 ਬੇਸ ਤੇ ਲੈਣੀ ਹੈ, ਓਵਰਏਜ ਦਾ ਮਸਲਾ ਹੱਲ ਕਰਵਾਉਣਾ ਹੈ, ਜੋ ਵੀ ਹੈ ਉਹ ਅਸੀਂ ਉਹ ਕਰ ਰਹੇ ਹਾਂ, ਪੂਰੀ ਜ਼ਿੰਮੇਵਾਰੀ ਦੇ ਨਾਲ ਕਰ ਰਹੇ ਹਾਂ। ਕਿਸੇ ਨੂੰ ਨਿਰਾਸ਼ਾ ਹੋਣ ਦੀ ਜ਼ਰੂਰਤ ਜਿਹੜੀ ਹੈ ਉਹ ਨਹੀਂ ਹੈਗੀ। ਸੋ ਆਪਾਂ ਸਾਥੀਓ ਇੱਕ ਤੁਹਾਨੂੰ ਮੈਂ ਗੱਲ ਕਰ ਦਿਆਂ, ਤੁਸੀਂ ਹਰ ਹਾਲਤ ਵਿੱਚ ਰੈਡੀ ਰਹਿਣਾ ਹੈ ਇੱਕ ਗੱਲ ਤੋਂ। ਜੇਕਰ 2-3 ਦਿਨਾਂ ਦੇ ਵਿੱਚ ਆਪਾਂ ਨੂੰ ਆਫਰ ਲੈਟਰ ਸਰਕਾਰ ਜਿਹੜੀ ਹੈ ਉਹ ਜਾਰੀ ਨਹੀਂ ਕਰਦੇ, 5994 ਦਾ ਪੁਖਤਾ ਹੱਲ ਨਹੀਂ ਕਰਦੀ, ਓਵਰਏਜ ਦਾ ਮਸਲਾ ਹੱਲ ਜਿਹੜਾ ਉਹ ਨਹੀਂ ਕਰਦੀ, ਇਹ ਆਪਾਂ ਨੂੰ ਸਾਰਾ 2-3 ਦਿਨਾਂ ਦੇ ਵਿੱਚ ਪਤਾ ਚੱਲ ਜਾਣਾ ਹੈ। ਜੇਕਰ ਉਹ ਹੱਲ ਨਹੀਂ ਕਰਦੀ ਤਾਂ ਆਪਦੇ ਬੈਗ ਵੀ ਜਿਹੜੇ ਉਹ ਪੈਕ ਕਰ ਲਓ। ਆਪਾਂ ਪ੍ਰੋਟੈਸਟ ਲਾਵਾਂਗੇ ਜਿਸ ਤਰੀਕੇ ਦੇ ਨਾਲ ਸੰਗਰੂਰ ਦੇ ਵਿੱਚ ਪਹਿਲਾਂ ਪ੍ਰੋਟੈਸਟ ਲੱਗਦੇ ਰਹੇ ਨੇ, ਹੁਣ ਸੰਗਰੂਰ ਦੇ ਵਿੱਚ ਚੋਣਾਂ ਨੇ। ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਇੱਕ ਵਾਰ ETT ਦਾ ਹੱਲਾ ਜੇਕਰ ਸੰਗਰੂਰ ਦੇ ਵਿੱਚ ਬੋਲ ਗਿਆ ਤਾਂ MP ਦਾ ਇਲੈਕਸ਼ਨ ਜਿਹੜਾ ਉਹ ਇੱਕ ਇਤਿਹਾਸ ਹੋਊਗਾ ਕਿ ETT ਵਾਲਿਆਂ ਨੇ ਜਿਹੜਾ ਉਹ ਇਤਿਹਾਸ ਜਿਹੜਾ ਹੈ ਉਹ ਜਿਹੜਾ ਖਤਮ ਕੀਤਾ ਹੈ। ਉਹ ਜਿਹੜਾ ਇਤਿਹਾਸ ਜਿਹੜਾ ਆਪ ਪਾਰਟੀ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਕਿ ਅਸੀਂ ਹਰੇਕ ਵਾਰ ਜਿਹੜੀ ਹੈ ਉਹ ਜਿੱਤ ਜਿਹੜੀ ਹੈ ਉਹ ਲਈ ਹੈ। ਸੋ ਰੈਡੀ ਰਹੋ ਪ੍ਰੋਟੈਸਟ ਵਾਸਤੇ। ਸੋ ਸਾਥੀਓ ਇੱਕ ਗੱਲ ਮੈਂ ਤੁਹਾਨੂੰ ਕਰ ਦਿਆਂ ਕਿ ਸਭ ਤੋਂ ਪਹਿਲਾਂ ਜਿਹੜੀ ਆਪਣੀ ਭਰਤੀ ਆਈ ਸੀਗੀ 2364, ਜਿਹੜੀ ਕੋਰਟ ਦੇ ਵੱਲੋਂ ਜਿਹੜੀ ਉਹ ਸਟਕ ਡਾਊਨ ਕਰ ਦਿੱਤੀ ਗਈ ਸੀਗੀ। ਸੋ ਸਾਥੀਓ ਉਸ ਦੀ 20 ਜੁਲਾਈ ਜਿਹੜੀ ਹੈ ਉਹ ਆਪਣੀ ਹੀਅਰਿੰਗ ਹੈ। ਸੋ ਮੈਂ ਉਹ ਤੁਹਾਨੂੰ ਗੱਲ ਦੱਸ ਦਿਆਂ ਕਿ ਜਿਹੜੀ
ਹੀਅਰਿੰਗ ਹੈ ਉਹ 20 ਜੁਲਾਈ ਦੀ ਹੈ। ਉਸ ਤੋਂ ਪਹਿਲਾਂ ਅਸੀਂ ਐਡਵੋਕੇਟ ਨਾਲ ਮੀਟਿੰਗ ਕਰਨੀ, ਏਜੀ ਸਾਹਿਬ ਦੇ ਨਾਲ ਮੀਟਿੰਗ ਕਰਨੀ, ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾਉਣਾ, ਉਹ ਜਿਹੜਾ ਹੈ ਆਪਣੀ ਸਾਰੀ ਜਥੇਬੰਦੀ ਦੇ ਇਕੱਠ ਦੇ ਨਾਲ। ਕਿਉਂਕਿ ਮੈਂ ਤੁਹਾਨੂੰ ਇਹ ਗੱਲ ਕਰਦਾ, ਆਪਣਾ ਮਸਲਾ ਹੱਲ ਜੇਕਰ ਨਹੀਂ ਹੁੰਦਾ, ਆਪਣੀ ਭਰਤੀ ਜੇਕਰ 2364 ਬਹਾਲ ਹੁੰਦੀ ਹੈ ਤਾਂ ਆਪਣਾ ਬਹੁਤ ਸਾਰਾ ਕੈਂਡੀਡੇਟ ਜਿਹੜਾ ਕਾਫੀ ਲੰਮੇ ਸਮੇਂ ਤੋਂ ਪ੍ਰੋਟੈਸਟ ਕਰ ਰਿਹਾ ਹੈ, ਨਵੇਂ ਟੈਟ ਤੋਂ ਪਹਿਲਾਂ ਵਾਲਾ ਜਿਹੜਾ ਆਪਣਾ ਪਿੱਛੇ ਟੈਟ ਹੋਇਆ ਸੀ ਉਸ ਤੋਂ ਪਹਿਲਾਂ ਜਿਹੜਾ ਪ੍ਰੋਟੈਸਟ ਕਰ ਰਿਹਾ ਸੀਗਾ, ਬਹੁਤ ਸਾਰੇ ਉਹਨਾਂ ਨੇ ਜਿਹੜੇ ਆਪਦੇ ਉੱਪਰ ਪਰਚੇ ਵੀ ਕਰਾਏ ਆ, ਡਾਂਗਾ ਖਾਧੀਆਂ। ਆਲਰੇਡੀ ਤਕਰੀਬਨ ਆਪਣਾ ਉਹ ਸਾਰਾ ਕੇਡਰ ਜਿਹੜਾ ਹੈ 2364 ਜਿਹੜਾ ਭਰਤੀ ਕੰਪਲੀਟ ਹੁੰਦੀ ਹੈ, 6635 ਕੰਪਲੀਟ ਹੁੰਦੀ ਹੈ, ਤਾਂ ਉਹ ਭਰਤੀ ਜਿਹੜੀ ਆ ਆਪਣੇ ਸਾਰੇ ਕੈਂਡੀਡੇਟ ਜਿਹੜੇ ਆ ਉਸ ਭਰਤੀ ਦੇ ਵਿੱਚ ਜਿਹੜਾ ਹੈ ਉਹ ਆ ਜਾਣਗੇ। ਸੋ ਮੇਰੀ ਇੱਕ ਹੋਰ ਵੀ ਬੇਨਤੀ ਹੈ ਕਿ ਸਾਥੀਓ, ਐਕਸ਼ਨ ਦੇ ਲਈ ਤੁਸੀਂ ਜਿਹੜਾ ਉਹ ਤਿਆਰ ਰਹੋ, ਕਿਉਂਕਿ ਕਦੇ ਜਦੋਂ ਵੀ ਤੁਹਾਨੂੰ ਸਟੇਟ ਕਮੇਟੀ ਜਿਹੜੀ ਹੈ ਉਹ ਮੌਕਾ ਜਿਹੜਾ ਤੁਹਾਨੂੰ ਜਿਹੜਾ ਐਲਾਨ ਜਿਹੜਾ ਪ੍ਰੋਟੈਸਟ ਦਾ ਜਿਹੜਾ ਉਹ ਕਰੂਗੀ। 2364 ਦੀ ਗੱਲ ਕਰ ਰਹੇ ਸੀਗੇ ਆਪਾਂ, ਉਹਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਆਪਾਂ ਸਰਕਾਰ ਦੇ ਉੱਪਰ ਹੀ ਪ੍ਰੈਸ਼ਰ ਬਣਾ ਕੇ, ਕਿਉਂਕਿ 2364 ਜਿਹੜੀ ਭਰਤੀ ਹੈ ਉਹ ਈਟੀਟੀ ਦੀ ਭਰਤੀ ਹੈ, ਅਸੀਂ ਉਸ ਨੂੰ ਜਿਹੜਾ ਉਹ ਕੰਪਲੀਟ ਕਰਵਾਵਾਂਗੇ। ਹਰ ਹਾਲਤ ਦੇ ਵਿੱਚ ਕੋਈ ਵੀ ਸਾਡੇ ਸਾਥੀ ਜਿਹੜੇ ਹੈ ਉਹ ਨਿਰਾਸ਼ ਉਹਨਾਂ ਨੂੰ ਹੋਣ ਦੀ ਲੋੜ ਨਹੀਂ, ਕਿਉਂਕਿ ਜਿਹੜੇ ਸਾਡੇ ਸਾਥੀ 2364 ਭਰਤੀ ਦੇ ਵਿੱਚ ਅੱਜ ਕੰਸੀਡਰ ਹੁੰਦੇ ਆ, ਜਿਹੜੇ ਉਹਨਾਂ ਨੂੰ ਉਹਦੇ ਵਿੱਚ ਮੌਕਾ ਮਿਲਦਾ ਹੈ, ਪਰ ਉਹ 66-35 ਦੇ ਵਿੱਚ ਜਿਹੜੇ ਹੈ ਓਵਰਏਜ ਹੋ ਰਹੇ ਨੇ। ਸੋ ਸਾਨੂੰ ਇਸ ਗੱਲ ਦਾ ਸਾਰਾ ਪਤਾ ਹੈ, ਸਾਰੀ ਜਾਣਕਾਰੀ ਹੈਗੀ ਹੈ ਕਿ ਅਸੀਂ 2364 ਪੋਸਟ ਜਿਹੜੀ ਹੈ ਉਸ ਨੂੰ ਜਲਦੀ ਜਿਹੜਾ ਅਸੀਂ ਉਹ ਕੰਪਲੀਟ ਕਰਵਾਉਣਾ ਹੈ। 20 ਜੁਲਾਈ ਤੋਂ ਪਹਿਲਾਂ ਅਸੀਂ ਸਰਕਾਰ ਦੇ ਨਾਲ ਵੀ ਮੀਟਿੰਗਾਂ ਕਰਾਂਗੇ, ਏਜੀ ਸਾਹਿਬ ਦੇ ਨਾਲ ਵੀ, ਸਾਡੇ ਐਡਵੋਕੇਟ ਜਿਹੜੇ ਹੈਗੇ ਆ ਡਿਪਟੀ ਏਜੀ, ਉਹਨਾਂ ਨਾਲ ਵੀ ਮੀਟਿੰਗਾਂ ਕਰਕੇ ਹਰ ਹਾਲਤ ਦੇ ਵਿੱਚ ਜਿਹੜੀ ਹੈ ਉਹ ਅਸੀਂ ਸੁਣਵਾਈ ਕਰਵਾ ਕੇ 2364 ਭਰਤੀ ਨੂੰ ਜਿਹੜਾ ਉਹ ਬਹਾਲ ਕਰਵਾਵਾਂਗੇ। ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਉਹਨਾਂ ਸਾਥੀਆਂ ਨੂੰ ਜਿਹੜੇ ਕੇਡਰ ਨੂੰ ਡੀਮੋਟੀਵੇਟ ਕਰਦੇ ਆ, ਪਲੀਜ਼ ਹੱਥ ਜੋੜ ਕੇ ਬੇਨਤੀ ਹੈ, ਆਪਾਂ ਭਰਤੀਆਂ ਨੂੰ ਜਿਹੜਾ ਕੰਪਲੀਟ ਕਰਵਾਈਏ। ਸਾਰੇ ਉਹਨਾਂ ਬੇਰੁਜ਼ਗਾਰਾਂ ਨੂੰ, ਉਹਨਾਂ ਦੇ ਮਾਪਿਆਂ ਨੂੰ, ਕਿ ਉਹਨਾਂ ਦੇ ਘਰ ਵੀ ਜਿਹੜੇ ਆ ਉਹ ਚੱਲਣ, ਉਹਨਾਂ ਬੇਰੁਜ਼ਗਾਰਾਂ ਉਹ ਆਪਦੇ ਮਾਈ ਬਾਪ ਦੇ ਇਲਾਜ ਕਰਵਾ ਸਕਣ, ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਕੁਝ ਸੁਖਾਵਾਂ ਜਿਹੜੀ ਆ ਉਹ ਬਣਾ ਸਕਣ, ਉਹ ਆਪਦੇ ਬੱਚਿਆਂ ਨੂੰ ਸਹੀ ਕੱਪੜਾ, ਸਹੀ ਸਕੂਲ, ਸਹੀ ਉਹਨਾਂ ਨੂੰ ਰੋਟੀ ਦਾ ਪ੍ਰਬੰਧ ਜਿਹੜਾ ਉਹ ਕਰ ਸਕਣ। ਉਹ ਤਾਂ ਹੀ ਹੋਊਗਾ ਜੇਕਰ ਆਪਾਂ ਸਾਰੇ ਇਕੱਤਰ ਹੋ ਕੇ ਪੋਜ਼ਿਟਿਵ ਸੋਚ ਨੂੰ ਲੈ ਕੇ ਸਾਰਿਆਂ ਨੂੰ ਰੁਜ਼ਗਾਰ ਦਿਵਾਉਣ ਦੇ ਲਈ ਇੱਕ ਪਾਸੇ ਹੋ ਕੇ ਜਿਹੜੇ ਉਹ ਚੱਲਾਂਗੇ। ਸੋ ਮੇਰੀ ਇਹ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੈਗੇਟਿਵ ਜਿਹੜਾ ਮੈਸੇਜ ਜਿਹੜਾ ਉਹ ਨਾ ਫੈਲਾਇਆ ਜਾਵੇ। ਹਮੇਸ਼ਾ ਵਾਸਤੇ ਪੋਜ਼ਿਟਿਵ ਰਹੋਗੇ ਤਾਂ ਆਪਾਂ ਜਿਹੜੀ ਜਿੱਤ ਹੈ ਜਿਹੜੀ ਹੈ ਉਹ ਜ਼ਰੂਰ ਜਿਹੜੀ ਆਪਣੀ ਯਕੀਨੀ ਹੋਊਗੀ। ਸੋ ਸਾਥੀਓ, ਬਾਕੀ ਜੇਕਰ ਕੋਈ ਤੁਹਾਡੇ ਸਵਾਲ ਵੀ ਹੈਗੇ ਆ ਤਾਂ ਉਹਦਾ ਵੀ ਜਵਾਬ ਅਸੀਂ ਤੁਹਾਡਾ ਜਿਹੜਾ ਉਹ ਜ਼ਰੂਰ ਦਿਆਂਗੇ। ਤੇ 18-20 ਵਾਲਾ ਜਿਹੜਾ ਕੁਝ ਹੋ ਰਿਹਾ ਸੀਗਾ, ਪਿੱਛੇ ਮੁੱਦਾ ਬਹੁਤ ਸਾਰਾ ਉੱਠਿਆ ਸੀਗਾ 18-20 ਵਾਲਾ। ਸੋ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ ਕਿ ਈਟੀਟੀ ਕੇਡਰ, ਈਟੀਟੀ ਪੁਰਾਣਾ ਕੇਡਰ, ਈਟੀਟੀ 18-20 ਵਾਲਾ ਕੇਡਰ, ਦੇਖੋ ਜਦੋਂ ਜਥੇਬੰਦੀ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਕਿ ਇੱਕ ਵਿਚਕਾਰਲਾ ਜਿਹਨੂੰ ਕਹਿੰਦੇ ਵੀ ਇੱਕ ਪਾਸੇ ਕੈਂਡੀਡੇਟ ਜਿਹੜਾ ਰਹਿ ਰਿਹਾ ਹੈ, ਚਾਹੇ ਉਹ ਪੁਰਾਣਾ ਕੈਂਡੀਡੇਟ ਹੈ ਚਾਹੇ ਕੋਈ ਨਵਾਂ ਕੈਂਡੀਡੇਟ 18-20 ਬੈਚ ਦੀ ਜਿਹੜੀ ਉਹ ਗੱਲ ਕਰਦਾ ਹੈ ਵੀ ਅਸੀਂ ਇਨ ਹੋਣਾ ਚਾਹੁੰਦੇ ਹਾਂ, ਕੁਝ ਕਹਿੰਦੇ ਆਊਟ ਹੋਣਾ ਕਰਵਾਉਣਾ ਚਾਹੁੰਦੇ ਹਾਂ। ਦੇਖੋ ਆਲਰੇਡੀ ਜੇਕਰ ਜਿਹੜੀ ਯੂਨੀਅਨ ਹੈ ਇਹ ਕੁਝ ਕਰਾਉਣਾ ਚਾਹੁੰਦੀ ਹੋਵੇ, ਇਹ ਕੁਝ ਜਿਹੜਾ ਹੈ ਉਹ ਉਸ ਤਰੀਕੇ ਨਾਲ ਨਹੀਂ ਹੋ ਸਕਦਾ। ਮੇਰੀ ਤਾਂ ਉਹਨਾਂ ਸਾਥੀਆਂ ਦੇ ਨੂੰ ਉਹ 18-20 ਬਾਰੇ ਆਪਾਂ ਜਿਹੜੀ ਉਹ ਸਾਥੀਓ ਗੱਲ ਕਰ ਰਹੇ ਸੀਗੇ, ਉਹ ਮਸਲਾ ਜਿਹੜਾ ਹੈ ਐਨਸੀਟੀ ਦੇ ਰੂਲਾਂ ਦੇ ਮੁਤਾਬਕ। ਦੂਸਰੀ ਗੱਲ ਜਿਹੜਾ ਕੋਰਟ ਦੇ ਵਿੱਚ ਮਸਲਾ ਚਲਾ ਗਿਆ ਹੈ, ਫਿਰ ਜਿਹੜੀ ਸਰਕਾਰ ਹੈ ਉਹਨਾਂ ਤੇ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ। ਮੈਂ ਤੁਹਾਨੂੰ ਇੱਕ ਗੱਲ ਇੱਥੇ ਸ਼ੋਰਟੀ ਕਰਦਾ ਸਾਰਿਆਂ ਨੂੰ ਕਿ 18-20 ਵਾਲੇ ਮੁੱਦਾ ਜਿਹੜਾ ਹੈ ਉਹ ਯੂਨੀਅਨ ਦੇ ਜਿਹੜਾ ਹੈ ਉਹ ਵੱਸ ਦੇ ਵਿੱਚ ਜਿਹੜਾ ਹੈ ਉਹ ਨਹੀਂ ਹੈਗਾ, ਕਿਉਂਕਿ ਇਹ ਵਾਲੀ ਚੀਜ਼ ਜਿਹੜੀ ਹੈ ਕੋਰਟ ਦੇ ਵਿੱਚ ਮਸਲਾ ਚਲਾ ਗਿਆ, ਇਹ ਡਿਪਾਰਟਮੈਂਟ ਦੇ ਦਾ ਜਿਹੜਾ ਫੈਸਲਾ ਕਰੂਗਾ, ਸਰਕਾਰ ਜਿਹੜੀ ਹੈ ਉਹ ਫੈਸਲਾ ਕਰੂਗੀ। ਸੋ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ, ਅਸੀਂ ਕਿਸੇ ਨੂੰ ਰੁਜ਼ਗਾਰ ਕੱਢਣ ਵਾਸਤੇ ਜਾਂ ਰੁਜ਼ਗਾਰ ਦੇਣ ਵਾਸਤੇ ਅਸੀਂ ਉਹ ਗੱਲ ਨਹੀਂ ਕਰਾਂਗੇ ਕਿ ਅਸੀਂ ਕਿਸੇ ਨੂੰ ਬਾਹਰ ਕੱਢ ਦਈਏ, ਇਹ ਕਦੇ ਵੀ ਨਹੀਂ ਹੋਵੇਗਾ। ਜਾਂ ਅਸੀਂ ਕਿਸੇ ਉਸ ਕੈਂਡੀਡੇਟ ਨੂੰ, ਇੱਕ ਸਪੈਸ਼ਲੀ ਨੂੰ
ਵੀ ਅਸੀਂ ਉਹਨੂੰ ਵਿੱਚ ਕਰ ਲਵਾਂਗੇ। ਇਹ ਸਾਡੇ ਹੱਥ ਵੱਸ ਨਹੀਂਗਾ, ਕਿਉਂਕਿ ਮਸਲਾ ਜਿਹੜਾ ਹੈ ਉਹ ਕੋਰਟ ਦੇ ਵਿੱਚ ਵੀ ਜਾ ਚੁੱਕਿਆ ਹੈ। ਡਿਪਾਰਟਮੈਂਟ ਦੇ ਵਿੱਚ ਜਦੋਂ ਵੀ ਅਸੀਂ ਡਾਇਰੈਕਟਰ ਐਨਸੀਟੀ ਦੇ ਡਾਇਰੈਕਟਰ ਨਾਲ ਮੀਟਿੰਗ ਕਰਦੇ ਹੋ ਕਿ ਜੋ ਵੀ ਐਨਸੀਟੀ ਦੇ ਰੂਲਾਂ ਦੇ ਮੁਤਾਬਕ ਜੋ ਹੈ 18-20 ਵਾਲਾ ਉਹ ਫੈਸਲਾ ਉਹ ਆਊਗਾ। ਸੋ ਸਰਕਾਰ ਤੇ ਵੀ ਇਹ ਸਾਰਾ ਡਿਪੈਂਡ ਹੈ, ਉਹਨਾਂ ਦੀ ਮੀਟਿੰਗਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਸਾਥੀਓ, ਇਹ ਮੇਰੀ ਬੇਨਤੀਆਂ ਨੇ। ਸੋ ਸਾਰੇ ਸਾਥੀਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਕੋਈ ਵੀ ਨੈਗੇਟਿਵਿਟੀ ਜਿਹੜੀ ਹੈ ਉਹਨੂੰ ਨਾ ਫੈਲਾਇਆ ਜਾਵੇ। ਇਕੱਠੇ ਹੋ ਕੇ ਚੱਲੋ। 6635 ਭਰਤੀ ਵੀ ਕੰਪਲੀਟ ਕਰਾਵਾਂਗੇ। 5994 ਦਾ ਜਿਹੜਾ ਨੋਟੀਫਿਕੇਸ਼ਨ ਵੀ ਆਪਾਂ ਜਿਹੜਾ ਪੋਰਟਲ ਜਿਹੜਾ ਉਹ ਖੁਲਵਾਵਾਂਗੇ। ਓਵਰਏਜ ਦਾ ਮਸਲਾ ਜਿਹੜਾ ਵੱਡੇ ਪੱਧਰ ਤੇ ਜਿਹੜੀ ਹੈ ਉਹ ਗੱਲ ਚੱਲ ਰਹੀ ਹੈ, ਉਹਦਾ ਮਸਲਾ ਵੀ ਆਪਾਂ ਹੱਲ ਕਰਵਾਵਾਂਗੇ। ਤੇ 2364 ਭਰਤੀ ਜਿਹੜੀ ਹੈ ਆਪਣੀ ਭਰਤੀ ਜਿਹੜੀ ਸਟਕ ਡਾਊਨ ਹੋਈ ਹੈ ਉਸ ਦਾ ਕੋਰਟ ਦੇ ਵਿੱਚ 20 ਜੁਲਾਈ ਦਾ ਹੈਗੀ ਹੈ ਆਪਣੀ ਹੀਅਰਿੰਗ। ਉਸ ਤੋਂ ਪਹਿਲਾਂ ਆਪਾਂ ਜਿਹੜੇ ਆ ਉਸ ਦੇ ਪੁਖਤਾ ਪ੍ਰਬੰਧ ਕਰਾਂਗੇ। ਐਡਵੋਕੇਟ ਨੂੰ ਸਾਰਿਆਂ ਨੂੰ ਮਿਲਾਂਗੇ ਤੇ ਆਪਣੇ ਏਜੀ ਸਾਹਿਬ ਨੂੰ ਮਿਲਾਂਗੇ। ਇੱਥੋਂ ਤੱਕ ਕਿ ਸਿੱਖਿਆ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਕਰਕੇ ਤੇ ਆਉਣ ਵਾਲੀ 20 ਜੁਲਾਈ ਨੂੰ ਆਪਾਂ ਜਿਹੜੀ ਉਹਦੀ ਸੁਣਵਾਈ ਹਰ ਹਾਲਤ ਵਿੱਚ ਜਿਹੜੀ ਹੈ ਉਹ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜੈ ਜਨਤਾ ਜੈ ਸੰਘਰਸ਼, ਜਿੱਤ ਲੜਦੇ ਲੋਕ।